बिकट घाट कट माही, खोल कपाट महल के न जाही। देख अटल टल कतै न जावा, रह लपट घट पर चौपावा। ठट्ठा यह दूर ठग नीरा, नीठ नीठ मन किया धीरा। जिन ठग ठगिया सगल जग खावा, सो ठग ठगिया ठौर मन आवा। डड्डा डर उपजै डर जाई, तां डर में डर रहा समाई। जो डर डरै त फिर डर लागै, निडर हुआ डर उर होए भागै। वाहिगुरु जी का खालसा, वाहिगुरु जी की फतेह। परम सत्कारयोग सतगुरां दी साजी नमाजी साध संगत जीओ, भगत कबीर जी दे मुखारबिंद तो उचारण कीती हुई है बाणी। 52 अखरी अंदर 3 अखरां दा पाठ आपने श्रवण कीता है, टैंका, ठट्ठा अते डड्डा। कबीर जी ने हर अखर की वरतों करके बड़ी उच्ची आत्मक अध्यात्मक सिक्ख्या सानू सारे जग्यासुआं नूं बख्शिश कीती। ये जिहड़ा अखर है, कई प्रेमी पुछदे ने इहदा उचारण किवें करना। जिन्हां उस्तादां कोल विद्वानां कोल पढ़े और कई पाठ बोध समागमां विच शामिल हो के ਇਹਦੇ संबंधी विचारां कीतियां ते सुनियां कि ਇਹਦਾ उचारण टटा करना। ऊँ जे कला अखर होवे ते टैंका है, पर ये 2 अखर हन, टटा बिकट घाट कट माही। टैंके अखर द्वारा भगत कबीर जी सिक्ख्या दिंदे ने कि बिकट बिकट दे अखरी अर्थ ने जो ना कटिया जाए। घाट घट माही, घाट कहते ने पत्तन नूं। इस साडे हिरदे दे अंदर वो घाट, वो बिखड़ा औखा पत्तन मौजूद है। भाव वो परमात्मा साडे हिरदे विच ही है, पर जीव दी मेरी तुहाडी मजबूरी है कि उस ते राह विच कपाट दरवाजे लगे हुए हैं। हुण तुसीं आखोगे इत्थे किहड़े दरवाजे हैं? ये जिहड़े काम क्रोध लोभ मोह अहंकार तथा माया दे मोह वाले दरवाजे हैं। जदों तीकर ये दरवाजे खुलते नहीं, असी उस घाट तक पहुँचते नहीं। भाव परमात्मा दी जोत है ते साडे अंदर ही। टटा बिकट घाट कट माही। हुण पहला अखरी अर्थ करने हैं बिकट, ना कटिया जान वाला, जिदे तक पहुंचा ना जा सके। वो घाट, वो पत्तन, वो स्थान, वो टिकाणा घट माही साडे हिरदे विच ही है। परमात्मा दी जोत हर जीव दे हिरदे विच। फिर भगत जी कहते खोल कपाट महल के न जाही। हे भाई, इन्हां दरवाजियां नूं खोल के तू अपने महल, हुण इत्थे महल दे लल्ले नूं सिहारी है, महल विच अपने स्वरूप विच तथा परमात्मा नाल तू एक मिक क्यों नहीं हुंदा? जदों तीकर एक दरवाजे नहीं खुलते। देखो घर विच भी साडा घर है, पर उसनूं बाहरों जंदरा लगा होया। हुण साडी मजबूरी है कि जदों तीकर जंदरा ना खोले, असी अपने घर विच प्रवेश नहीं कर सकते। आखिर वो दरवाजा तो खोलना पवे।
ਇਸੇ ਤਰ੍ਹਾਂ ਪਰਮਾਤਮਾ ਦੀ ਜੋਤ ਤੇ ਮੇਰੇ ਤੁਹਾਡੇ ਸਭ ਦੇ ਅੰਦਰ ਮੌਜੂਦ ਹੈ। ਇਹ ਬੜੀਆਂ ਸੂਖਸ਼ਮ ਗੱਲਾਂ ਨੇ ਜਿਨ੍ਹਾਂ ਵੱਲ ਅਸੀਂ ਕਦੇ ਧਿਆਨ ਹੀ ਨਹੀਂ ਦਿੰਦੇ। ਪਰ ਭਗਤ ਜੀ ਇਸ 52 ਅੱਖਰੀ ਵਿੱਚ ਇੱਕ ਇੱਕ ਅੱਖਰ ਦਾ ਜ਼ਿਕਰ ਕਰਕੇ ਸਾਨੂੰ ਸਿੱਖਿਆ ਵੀ ਦਿੰਦੇ ਹਨ, ਪ੍ਰੇਰਨਾ ਵੀ ਕਰਦੇ ਹਨ, ਧਿਆਨ ਵੀ ਦਿਵਾਉਂਦੇ ਹਨ। ਟਟਾ ਬਿਕਟ ਘਾਟ ਘਟ ਮਾਹੀ, ਖੋਲ ਕਪਾਟ ਮਹਿਲ ਕੇ ਨ ਜਾਈ। ਭਾਈ ਇਸ ਦਰਵਾਜ਼ੇ ਨੂੰ ਖੋਲ ਕੇ ਮਹਿਲ ਕੇ ਨ ਜਾਈ। ਤੂੰ ਆਪਣੇ ਸਰੂਪ ਵਿੱਚ ਕਿਉਂ ਨਹੀਂ ਟਿਕਦਾ, ਕਿਉਂ ਨਹੀਂ ਜਾਂਦਾ? ਮਜਬੂਰੀ ਤੇ ਹੈ ਕਿ ਅਸੀਂ ਕਵਾਂਗੇ ਜੀ ਇਹ ਸਾਡੇ ਅੱਗੇ ਇਹੋ ਜਿਹੀਆਂ ਮੁਸ਼ਕਿਲਾਂ। ਤੋ ਭਗਤ ਜੀ ਕਹਿੰਦੇ ਨੇ ਇਸ ਮਾਇਆ ਦੇ ਮੋਹ ਵਾਲੇ ਦਰਵਾਜ਼ੇ ਨੂੰ ਖੋਲ੍ਹਣ ਵਾਸਤੇ ਤੈਨੂੰ ਸਤ ਸੰਗਤ ਵਿੱਚ ਜਾਣਾ ਪਵੇਗਾ। ਕਈ ਤਰੀਕਿਆਂ ਨਾਲ ਸਾਨੂੰ ਸਮਝਾਇਆ ਤੇ ਪ੍ਰੇਰਿਆ ਵੀ ਕਾਰਨ ਕੀ ਹੈ, ਅਸੀਂ ਕਿਉਂ ਨਹੀਂ ਪਹੁੰਚਦੇ ਉੱਥੇ। ਉਹਦੀ ਜਾਂਚ ਵੀ ਸਿੱਖਣੀ ਪਵੇਗੀ। ਤੋਂ ਪਹਿਲਾਂ ਤੇ ਆਪਣੇ ਅੰਦਰ ਝਾਤ ਮਾਰਨੀ ਪਵੇਗੀ। ਜਦੋਂ ਆਪਣੇ ਅੰਦਰ ਸਵੈ ਪੜਚੋਲ ਕਰਾਂਗੇ ਫਿਰ ਸਮਝ ਆਵੇਗੀ। ਜਦੋਂ ਸਮਝ ਆਵੇਗੀ ਫਿਰ ਅਸੀਂ ਸਿੱਖਾਂਗੇ ਕਿ ਇਹ ਦਰਵਾਜ਼ਾ ਕਿਵੇਂ ਖੋਲ੍ਹਣਾ। ਜਿਵੇਂ ਭਗਤ ਜੀ ਨੇ ਇੱਕ ਜਗ੍ਹਾ ਬੜਾ ਖੂਬਸੂਰਤ ਲਿਖਿਆ ਕਿ ਸਾਡਾ ਖੇਤ ਹੈ, ਖੇਤ ਵਿੱਚ ਸਾਡੀ ਫਸਲ ਹੈ, ਅਸੀਂ ਉਹਨੂੰ ਰਖਵਾਲੀ ਕਰਨ ਲਈ ਵਾੜ ਲਾਈ ਹੈ, ਪਰ ਜੇ ਫਿਰ ਵੀ ਉਸ ਨੂੰ ਕੋਈ ਅਵਾਰਾ ਪਸ਼ੂ ਖਾ ਜਾਂਦਾ ਤੇ ਸਾਨੂੰ ਫਿਕਰ ਹੁੰਦਾ ਵੀ ਇੰਨੀ ਮਿਹਨਤ ਕਰਨ ਦੇ ਬਾਵਜੂਦ ਇਹ ਸਾਡੀ ਸ਼ੁਭ ਗੁਣਾਂ ਦੀ ਖੇਤੀ ਕਿਉਂ ਖਾਧੀ ਗਈ, ਕੌਣ ਖਾ ਗਿਆ। ਤੋ ਭਗਤ ਜੀ ਕਹਿੰਦੇ ਨੇ ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਮੂੰਦ ਲੀਏ ਦਰਵਾਜੇ, ਬਾਜੀਅਲੇ ਅਨਹਦ ਬਾਜੇ। ਜਦੋਂ ਅਸੀਂ ਗੁਰੂ ਅੱਗੇ ਅਰਦਾਸ ਕੀਤੀ, ਗੁਰੂ ਨੇ ਸਾਨੂੰ ਸਾਡੀ ਉਹ ਕਮਜ਼ੋਰੀ, ਉਹ ਮੋਰੀ, ਉਹ ਖੱਪਾ, ਉਹ ਵੀਕਨੈਸ, ਉਹ ਰਸਤਾ ਦੱਸ ਦਿੱਤਾ। ਇਸੇ ਤਰ੍ਹਾਂ ਇਹ ਇੱਕ ਸੰਕੇਤਕ ਹੈ ਕਿ ਉਹ ਟਿਕਾਣਾ ਤੇ ਸਾਡੇ ਅੰਦਰ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਤੋ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ ਉਹ ਸਾਡੇ ਹਿਰਦੇ ਵਿੱਚ ਹੀ ਪਰਮਾਤਮਾ ਦੀ ਜੋਤ ਹੈ। ਟਟਾ ਬਿਕਟ ਘਾਟ ਘਟ ਮਾਹੀ, ਖੋਲ ਕਪਾਟ ਮਹਿਲ ਕੇ ਨ ਜਾਈ। ਦੇਖ ਅਟਲ ਟਲ ਕਤੈ ਨ ਜਾਵਾ। ਹੁਣ ਦੇਖਦੇ ਖੱਖੇ ਨੂੰ ਸਿਆਰੀ। ਅਟਲ ਸ਼ਬਦ ਪਰਮਾਤਮਾ ਦੀ ਜੋਤ ਲਈ ਵਰਤਿਆ। ਜਦੋਂ ਇਹ ਜੀਵ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਉਸ ਅਟਲ ਪਰਮਾਤਮਾ ਦੇ ਦਰਸ਼ਨ ਕਰ ਲੈਂਦਾ, ਭਾਵ ਉਸ ਜੋਤ ਨਾਲ ਇਸ ਦੀ ਸਾਂਝ, ਇਸ ਦਾ ਸੰਬੰਧ ਬਣ ਜਾਂਦਾ, ਟਲ ਕਤੈ ਨ ਜਾਵਾ। ਫਿਰ ਇਹ ਉਸ ਨੂੰ ਛੱਡ ਕੇ ਕਿਧਰੇ ਨਹੀਂ ਜਾਂਦਾ। ਜਦੋਂ ਇਹ ਪਰਮਾਤਮਾ ਦੇ ਦੀਦਾਰ ਕਰ ਲੈਂਦਾ ਫਿਰ ਟਿਕ ਜਾਂਦਾ। ਰਹਿ ਲਪਟ ਘਟ ਪਰ ਚੋਪਾਵਾ। ਫਿਰ ਉਸ ਵਾਹਿਗੁਰੂ ਦੇ ਜੋਤ ਨਾਲ, ਚਰਨਾਂ ਨਾਲ ਲਪਟ ਜਾਂਦਾ। ਫਿਰ ਘਟ ਵਿੱਚ ਹੀ ਇਸ ਨੂੰ ਉਹ ਪਰਚੋ, ਉਹ ਅਵਸਥਾ, ਉਹ ਪਿਆਰ, ਉਹ ਸਾਂਝ ਬਣ ਜਾਂਦੀ। ਫਿਰ ਇਹਦੀ ਬਾਹਰਲੀ ਭਟਕਣਾ ਮੁੱਕ ਜਾਂਦੀ। ਇਸੇ ਲਈ ਮਹਾਰਾਜ ਨੇ ਕਿਹਾ ਹੈ ਕਿ ਉਸ ਗੁਰੂ ਦੀ ਕਿਰਪਾ ਦੇ ਨਾਲ ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਤਾਂ। ਗੁਰੂ ਅਰਜਨ ਦੇਵ ਪਾਤਸ਼ਾਹ ਆਪਣੇ ਤਰੀਕੇ ਨਾਲ ਸਮਝਾਉਂਦੇ ਨੇ, ਕਰ ਕਿਰਪਾ ਸਤ ਸੰਗ ਮਿਲਾਇਆ, ਬੂਜੀ ਤਪਤ ਘਰੈ ਪਿਰ ਪਾਇਆ। ਸਗਲ ਸਿੰਗਾਰ ਹੁਣ ਮੁਝੈ ਸੁਹਾਇਆ, ਕਹੋ ਨਾਨਕ ਗੁਰ ਭਰਮ ਚੁਕਾਇਆ। ਜਾਂ ਦੇਖਾਂ ਤਾਂ ਪਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ।
टटा बिकट काट कट माही, खोल कपाट महल के न जाही। देख अटल टल कतै न जावा, रह लपट घट पर चौपावा। ठट्ठा यह दूर ठग नीरा। ठट्ठे ਅੱਖਰ ਦੁਆਰਾ ਭਗਤ ਕਬੀਰ ਜੀ ਸਿੱਖਿਆ ਦਿੰਦੇ ਨੇ, ਇਹ ਹੈ ਦੂਰ ਠਗ ਨੀਰਾ। ਨੀਰ ਕਹਿੰਦੇ ਨੇ ਪਾਣੀ ਨੂੰ, ਤੇ ਠੱਗਣ ਵਾਲਾ ਪਾਣੀ ਕਿਹੜਾ? ਇਹ ਆਮ ਪ੍ਰਸਿੱਧ ਮਿਸਾਲ ਦਿੱਤੀ ਜਾਂਦੀ ਹੈ ਕਿ ਜਦੋਂ ਹਿਰਨ ਨੂੰ ਪਿਆਸ ਲੱਗਦੀ ਹੈ, ਉਹ ਜੰਗਲ ਵਿੱਚੋਂ ਮਾਰੂ ਥਲ ਤੇ ਜਾਂਦਾ ਹੈ, ਤੇ ਦੂਰੋਂ ਦੇਖਦਾ ਹੈ ਕਿ ਰੇਤੇ ਦੇ ਵਿੱਚ ਜਿਹੜਾ ਅਬਰਕ ਹੈ ਚਮਕਦਾ, ਉਹਨੂੰ ਇਉਂ ਲੱਗਦਾ ਹੈ ਕਿ ਉੱਥੇ ਪਾਣੀ ਹੈ। ਉਹ ਪਾਣੀ ਦੀ ਪਿਆਸ ਬੁਝਾਉਣ ਲਈ, ਪਾਣੀ ਤੱਕ ਪਹੁੰਚਣ ਲਈ ਦੌੜਦਾ, ਤੇ ਦੌੜ ਕੇ ਜਦੋਂ ਉੱਥੇ ਪਹੁੰਚਦਾ ਪਾਣੀ ਨਹੀਂ ਹੈਗਾ, ਫਿਰ ਅੱਗੇ ਦੇਖਦਾ, ਫਿਰ ਪਾਣੀ ਨਜ਼ਰ ਆਉਂਦਾ। ਇਸੇ ਤਰ੍ਹਾਂ ਇਹ ਜਿਹੜੇ ਮਾਇਆ ਦੇ ਰੰਗ ਬਰੰਗ ਨੇ, ਇਹ ਇੱਕ ਠਗਨੀਰਾ ਹੈ। ਮੈਂ ਤੇ ਤੁਸੀਂ ਸਾਰੇ ਇਸ ਮਾਇਆ ਦੀ ਪ੍ਰਾਪਤੀ ਨਾਲ ਸੁਖੀ ਹੋਣਾ ਚਾਹੁੰਦੇ ਹਾਂ, ਤੇ ਭੱਜ ਭੱਜ ਕੇ ਜੀਵ ਸਾਰੀ ਉਮਰ ਮਰ ਜਾਂਦਾ। ਇਸੇ ਤਰ੍ਹਾਂ ਹਰਨ ਜਿਹੜਾ, ਉਹ ਵੀ ਵਿਚਾਰਾ ਪਾਣੀ ਦੀ ਭਾਲ ਵਿੱਚ ਦੌੜਦਾ 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 ਥੱਕ ਕੇ ਮਰ ਜਾਂਦਾ। ਕਬੀਰ ਜੀ ਕਹਿੰਦੇ ਨੇ, ਠੱਠਾ ਇਹ ਹੈ ਦੂਰ ਠਗ ਨੀਰਾ, ਨੀਠ ਨੀਠ ਮਨ ਕੀਆ ਧੀਰਾ। ਹੈ ਤੇ ਠਗ ਨੀਰਾ ਹੀ ਸੀ, ਪਰ ਨੀਠ ਨੀਠ ਦਾ ਮਤਲਬ ਹੈ ਹੌਲੀ ਹੌਲੀ। ਅਭਿਆਸ ਕਰਨ ਦੇ ਨਾਲ ਮਨ ਕੀਆ ਧੀਰਾ, ਮਨ ਨੂੰ ਟਿਕਾਇਆ ਹੈਗਾ, ਕਿਉਂਕਿ ਮਨ ਟਿਕਦਾ ਨਹੀਂ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀਏ, ਕੋਟ ਜੋਰੇ ਲਾਗ ਕਰੋਰੇ, ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁਚੀਏ। ਰੋਜ਼ ਆਪਣੇ ਇਰਦ ਗਿਰਦ 'ਚ ਦੇਖਦੇ ਹਾਂ, ਆਪਣੇ ਆਪ ਵੱਲ ਦੇਖਦੇ ਹਾਂ, ਬੰਦੇ ਦੀ ਬੜੀ ਅਜੀਬ ਹਾਲਤ ਹੈ। ਇਹ ਸੁੱਖ ਦੀ ਭਾਲ ਵਿੱਚ ਦੌੜਿਆ ਫਿਰਦਾ, ਉਹ ਚੀਜ਼ ਮੈਨੂੰ ਮਿਲ ਜਾਏ ਮੈਂ ਸੁਖੀ ਹੋ ਜਾਵਾਂਗਾ, ਉਹ ਮਿਲ ਜਾਏ ਸੁਖੀ ਹੋ, ਪਰ ਸੁਖੀ ਫੇਰ ਨਹੀਂ ਹੁੰਦਾ। ਫਿਰ ਮਹਾਰਾਜ ਆਪ ਵੀ ਕਹਿੰਦੇ ਨੇ, ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਕਬੀਰ ਜੀ ਕਹਿੰਦੇ ਨੇ, ਇਹ ਜਿਹੜੀ ਮਾਇਆ ਹੈ ਤੇ ਇਹ ਠਗਨੀਰਾ। ਅਸੀਂ ਇਹਦੇ ਵਿੱਚੋਂ ਸੁੱਖ ਲੱਭਣ ਲਈ ਦੌੜਦੇ ਭੱਜਦੇ ਯਤਨ ਕਰਦੇ, ਪਰ ਇਹਦੇ ਵਿੱਚੋਂ ਕਦੇ ਸੁੱਖ ਮਿਲਿਆ ਨਹੀਂ। ਪਰ ਨੀਠ ਨੀਠ ਹੌਲੀ ਹੌਲੀ ਅਭਿਆਸ ਕਰਨ ਦੇ ਨਾਲ ਮਨ ਕੀਆ ਧੀਰਾ। ਧੀਰਾ ਦਾ ਮਤਲਬ ਹੈ ਧੀਰਜ ਵਿੱਚ ਲਿਆਉਣਾ, ਮਨ ਨੂੰ ਟਿਕਾਉਣਾ, ਮਨ ਨੂੰ ਸਮਝਾਉਣਾ। ਮਨ ਨੂੰ ਸਮਝਾਉਣ ਵਾਸਤੇ ਗੁਰੂ ਦੇ ਸ਼ਬਦ ਦੀ ਟੇਕ ਲੈਣ। ਜਿਉਂ ਮੰਦਰ ਕੋ ਥਾਮੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ। ਜਿਉਂ ਪਾਖਾਣ ਨਾਵ ਚੜ੍ਹ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜਿਉਂ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਬਿਗਾਸ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਠੱਠਾ ਇਹ ਹੈ ਦੂਰ ਠਗ ਨੀਰਾ, ਨੀਠ ਨੀਠ ਮਨ ਕੀਆ ਧੀਰਾ। ਜਿਨ ਠੱਗ ਠਗਿਆ ਸਗਲ ਜਗ ਖਾਵਾ। ਜਿਨ, ਹੁਣ ਜਿੰਦੇ ਨੰਨੇ ਨੂੰ ਸਿਆਰੀ ਜਿਸ ਠੱਗ ਨੇ ਠੱਗਿਆ, ਸਾਰੇ ਸੰਸਾਰ ਨੂੰ ਠੱਗੇ, ਇੱਕ ਮੈਨੂੰ ਤੁਹਾਨੂੰ ਨਹੀਂ। ਇਸ ਮਾਇਆ ਦੀ ਚਮਕ ਦਮਕ ਨੇ ਕਿਸ ਨੂੰ ਨਹੀਂ ਠੱਗਿਆ। ਬੜੇ ਬੜੇ ਜੋਗੀ, ਬੜੇ ਬੜੇ ਤਿਆਗੀ, ਬੜੇ ਬੜੇ ਮੰਡਲੇਸ਼ਵਰ, ਬੜੇ ਬੜੇ ਸਿੱਧੇਸ਼ਵਰ ਠੱਗੇ ਗਏ। ਕਬੀਰ ਜੀ ਕਹਿੰਦੇ ਨੇ, ਜਿਨ ਠੱਗ ਠੱਗਿਆ ਸਗਲ ਜਗ ਖਾਵਾ। ਸਾਰਾ ਜਗਤ ਖਾ ਲਿਆ। ਕੋਈ ਬਾਂਹ ਉਲਾਰ ਕੇ ਨਹੀਂ ਕਹਿ ਸਕਦਾ ਮੈਂ ਬਚਿਆ।
ਇਸੇ ਦੀ ਬਾਣੀ 'ਚ ਕਿਹਾ, ਕੋਟ ਮਧੇ ਕੋਈ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿਨ ਠੱਗ ਠੱਗਿਆ ਸਗਲ ਜਗ ਖਾਵਾ, ਸੋ ਠੱਗ ਠੱਗਿਆ ਠੌਰ ਮਨ ਆਵਾ। ਜਦੋਂ ਉਸ ਠੱਗ ਨੂੰ ਠੱਗ ਲਿਆ, ਭਾਵ ਉਸ ਮਾਇਆ ਤੇ ਕਾਬੂ ਪਾ ਲਿਆ, ਜਦੋਂ ਇਹ ਸਮਝ ਆ ਗਈ ਕਿ ਇਹ ਤੇ ਠੱਗ ਨਹੀਂ ਰਹਾ ਹੈ, ਇਹਦੇ ਪਿੱਛੇ ਤੇ ਦੌੜਦਿਆਂ ਦੌੜਦਿਆਂ ਦੁਨੀਆ ਖਤਮ ਹੋ ਗਈ, ਕਦੇ ਵੀ ਕੋਈ ਤ੍ਰਿਪਤ ਨਹੀਂ ਹੋਇਆ। ਇੱਥੇ ਤਾਂ ਹਰ ਕੇ ਨਾਮ ਤੋਂ ਬਿਨਾਂ ਕੋਈ ਨਹੀਂ ਰਚ ਸਕਦਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। लाख करोरी बंद ना परै, हर का नाम जपत निस्तरै। सो ठग ठगਿਆ। ਜਦੋਂ ਉਸ ਮਾਇਆ ਰੂਪੀ ਠੱਗ ਨੂੰ ਠੱਗ ਲਿਆ, ਭਾਵ ਉਹਦੀ ਅਸਲੀਅਤ ਨੂੰ ਸਮਝ ਲਿਆ, ਠੌਰ ਮਨ ਆਵਾ, ਹੁਣੇ ਮਨ ਟਿਕਾਣੇ ਸਿਰ ਆ ਗਿਆ, ਭਾਵ ਟਿਕ ਗਿਆ, ਹੁਣ ਇਹਦੀ ਭਟਕਣਾ ਮੁੱਕ ਗਈ। ਦੇਖੋ ਪੰਕਤੀਆਂ ਦੋ ਦੋ ਹਨ, ਇਹਨਾਂ ਦੀ ਵਿਆਖਿਆ ਕਿਤਨੀ ਲੰਬੀ ਚੌੜੀ ਕਰੋ, ਲੋੜ ਹੈ ਇਹਨਾਂ ਨੂੰ ਸਮਝਣ ਦੀ। ਠੱਠਾ ਇਹ ਹੈ ਦੂਰ ਠਗ ਨੀਰਾ, ਨੀਠ ਨੀਠ ਮਨ ਕੀਆ ਧੀਰਾ। ਜਿਨ ਠੱਗ ਠਗਿਆ ਸਗਲ ਜਗ ਖਾਵਾ, ਸੋ ਠੱਗ ਠਗਿਆ ਠੌਰ ਮਨ ਆਵਾ। ਹੁਣ ਭਗਤ ਜੀ ਅਗਲੇ ਸ਼ਲੋਕ ਵਿੱਚ ਡੱਡੇ ਅੱਖਰ ਦੁਆਰਾ ਮਦਨ, ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ। ਜੋ ਡਰ ਡਰੈ ਤਾਂ ਫਿਰ ਡਰ ਲਾਗੈ, ਨਿਡਰ ਹੁਆ ਡਰ ਉਰੋ ਹੋਏ ਭਾਗੇ। ਹੁਣ ਭਾਵੇਂ ਇਸ ਨੂੰ ਤੁਸੀਂ ਕਿੰਨੀ ਵਾਰੀ ਪੜ੍ਹ ਲਓ, ਜਦੋਂ ਤੀਕਰ ਇਹਦੀ ਵਿਚਾਰ ਨਹੀਂ ਕਰਾਂਗੇ ਸਮਝ ਨਹੀਂ ਆਏਗੀ। ਭਗਤ ਕਬੀਰ ਜੀ ਕਹਿੰਦੇ ਨੇ ਡੱਡਾ ਅੱਖਰ ਦੁਆਰਾ ਸਿੱਖਿਆ ਦਿੰਦੇ, ਡੱਡਾ ਡਰ ਉਪਜੈ ਡਰ ਜਾਈ। ਜਦੋਂ ਪਰਮਾਤਮਾ ਦਾ ਨਿਰਮਲ ਡਰ ਜਿਸ ਵੀ ਜੀਵ ਦੇ ਹਿਰਦੇ ਵਿੱਚ ਪੈਦਾ ਹੋ ਜਾਏ, ਜਿਹੜਾ ਇਹ ਮੰਨ ਲਵੇ ਕਿ ਪਰਮਾਤਮਾ ਹਾਜ਼ਰ ਨਾਜ਼ਰ ਹੈ, ਪਰਮਾਤਮਾ ਮੇਰੇ ਕੀਤੇ ਕੰਮਾਂ ਨੂੰ ਦੇਖ ਰਿਹਾ ਹੈ, ਇਹ ਡਰ ਹੈ, ਉਹ ਫਿਰ ਗਲਤ ਕੰਮ ਨਹੀਂ ਕਰੇਗਾ, ਉਹ ਭੈੜੇ ਪਾਸੇ ਨਹੀਂ ਜਾਏਗਾ, ਉਹ ਭੈੜੀ ਸੰਗਤ ਨਹੀਂ ਕਰੇਗਾ, ਤੇ ਉਹਦਾ ਡਰ ਦੂਰ ਹੋ ਜਾਏਗਾ। ਬਾਣੀ ਵਿੱਚ ਪਾਤਸ਼ਾਹ ਨੇ ਸਮਝਾਇਆ ਹੈ, ਜਿਨਾ ਭਉ ਤਿਨ ਨਾਹਿ ਭਉ, ਮੁਝ ਭਉ ਨਿਭਵਿਆ। ਨਾਨਕ ਇਹ ਪਟੰਤਰਾ ਤਿਤ ਦੀ ਬਾਣ ਗਿਆ। ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਡਰ ਪੈਦਾ ਹੋ ਜਾਂਦਾ, ਉਹਨਾਂ ਨੂੰ ਦੁਨੀਆ ਦਾ ਡਰ ਫਿਰ ਕੁਝ ਨਹੀਂ ਕਹਿੰਦਾ। ਗੁਰੂ ਰਾਮਦਾਸ ਜੀ ਨੇ ਫਰਮਾਇਆ, ਸੋ ਡਰੇ ਜਿਨ ਪਾਪ ਕਮਤੇ ਰਾਮ, ਜਿਨ ਹਰ ਨਾਮਾ ਹਰ ਆਰਾਧਿਆ। ਤਿਨ ਜਨ ਸਭ ਡਰ ਸੁੱਟ ਕੱਤੇ ਰਾਮ। ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ, ਉਹਨਾਂ ਨੇ ਸਭ ਤਰ੍ਹਾਂ ਦੇ ਡਰ ਦੂਰ ਕਰ ਦਿੱਤੇ। ਤੋ ਗੱਲ ਕੀ, ਪਰਮਾਤਮਾ ਦੇ ਡਰ ਵਿੱਚ ਆਉਣ ਕਰਕੇ ਦੁਨਿਆਵੀ ਡਰ ਖਤਮ ਹੋ ਜਾਂਦਾ। ਡੱਡਾ ਡਰ ਉਪਜੇ ਡਰ ਜਾਈ। ਹੁਣ ਦੇਖੋ ਪਹਿਲਾ ਡਰ ਜਿਹੜਾ ਉਹਦਾ ਰਾਰਾ ਮੁਕਤਾ ਹੈ, ਕਿਉਂਕਿ ਨਾਲ ਉਪਜੇ ਆ ਗਿਆ। ਅਗਲਾ ਡਰ ਜਿਹੜਾ ਰਾਰੇ ਨੂੰ ਔਂਕੜ ਵਾਲਾ ਨਾਉਨ ਹੈ, ਡੱਡਾ ਡਰ ਉਪਜੇ ਡਰ ਜਾਈ। ਤਾਂ ਡਰ ਮੈਂ ਡਰ ਰਿਹਾ ਸਮਾਈ। ਉਹ ਡਰ ਕਿੱਥੇ ਜਾਂਦਾ? ਜਿਵੇਂ ਚਾਨਣ ਕਰੋ ਤੇ ਹਨੇਰਾ ਆਪੇ ਹੀ ਖਤਮ ਹੋ ਜਾਂਦਾ। ਕਹਿੰਦੇ ਉਹ ਚਾਨਣ ਵਿੱਚ ਹੀ ਹਨੇਰਾ ਸਮਾ ਗਿਆ। ਇਸੇ ਤਰ੍ਹਾਂ ਪਰਮਾਤਮਾ ਦੇ ਨਿਰਮਲ ਡਰ ਵਿੱਚ ਹੀ
ਦੁਨੀਆ ਦਾ ਡਰ ਖਤਮ ਹੋ ਜਾ। ਜੋ ਡਰ ਡਰੇ ਤਾਂ ਫਿਰ ਡਰ ਲੱਗੇ। ਤੇ ਜੇ ਪਰਮਾਤਮਾ ਦੇ ਡਰ ਤੋਂ ਡਰਦਾ ਰਹੇ, ਭਾਵ ਆਖੇ ਬੜਾ ਔਖਾ ਹੈ, ਇਹ ਤਾਂ ਮੈਂ ਨਹੀਂ ਕਰ ਸਕਦਾ, ਜਿਵੇਂ ਆਮ ਲੋਕਾਂ ਦੀ ਹਾਲਤ ਹੈ। ਉਹ ਕਹਿੰਦੇ ਸਾਡੇ ਕੋਲ ਇਹ ਤਾਂ ਨਹੀਂ ਹੋ ਸਕਦਾ। ਅੰਮ੍ਰਿਤ ਵੇਲੇ ਉੱਠਣਾ ਔਖਾ ਹੈ, ਸਹੀ ਵਪਾਰ ਕਰਨਾ। ਬਾਣੀ ਵਿੱਚ ਤੇ ਪਾਤਸ਼ਾਹ ਬਾਰ-ਬਾਰ ਕਹਿੰਦੇ ਨੇ, ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭੈ ਖੇਪ ਤੁਮਾਰੀ, ਇਹ ਕਾਟੇ ਕਰ ਰੱਖੋ ਮਨ ਮਾਏ, ਨਾਨਕ ਬਹੁਰ ਨਾਵੇਂ ਜਾਏ। ਤੋ ਜੇ ਡਰ ਡਰੇ, ਜੇ ਡਰਦਾ ਰਹੇ ਵੀ ਜੀ ਇਹ ਕੰਮ ਤਾਂ ਬੜਾ ਔਖਾ ਹੈ, ਜਿਵੇਂ ਆਮ ਲੋਕਾਂ ਦੀ ਹਾਲਤ, ਤਾਂ ਫਿਰ ਡਰ ਲੱਗ ਗਿਆ। ਕਿਉਂਕਿ ਗਲਤ ਕੰਮ ਕਰਨੇ ਹਨ। ਜਿਵੇਂ ਕੋਈ ਚੋਰੀ ਕਰੇ ਚੋਰ, ਤੇ ਉਹਨੂੰ ਫਿਰ ਡਰ ਤੇ ਲੱਗੇਗਾ ਕਿ ਮੈਨੂੰ ਪੁਲਿਸ ਵਾਲੇ ਫੜ ਨਾ ਲੈਣ। ਤੋ ਜੇ ਪਰਮਾਤਮਾ ਦੇ ਡਰ ਤੋਂ ਆਪਣੇ ਆਪ ਨੂੰ ਦੂਰ ਕਰੇਗਾ ਤਾਂ ਫਿਰ ਗਲਤ ਕੰਮ ਕਰੇਗਾ, ਫਿਰ ਡਰ ਚੰਬੜ ਜਾਊਗਾ। ਨਿਡਰ ਹੁਆ ਡਰ ਉਰ ਹੋਏ ਭਾਗੇ। ਆਖਿਆ ਜੇ ਪਰਮਾਤਮਾ ਦਾ ਡਰ ਆਪਣੇ ਹਿਰਦੇ 'ਚ ਵਸਾ ਲਵੇ, ਭਾਵ ਹਿਰਦੇ ਵਿੱਚ ਜੋ ਵੀ ਡਰ ਹੋਵੇ, ਉਹ ਡਰ ਜਿਹੜਾ ਹੈ ਉਹ ਦੂਰ ਹੋ ਜਾਂਦਾ ਹੈ ਪਰਮਾਤਮਾ ਦੇ ਡਰ ਵਿੱਚ ਹੋਣ। ਇਸੇ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰਕੈ, ਜਾ ਕੋ ਪਾਕ ਸੁਆਮੀ, ਊਚ ਸਮਾਨਾ ਠਾਕੁਰ ਤੇਰੋ, ਅਵਰ ਨ ਕਾਹੂ ਤਾਨੀ, ਐਸੋ ਅਮਰ ਮਿਲਿਓ ਭਗਤਨ ਕੋ, ਰਾਚ ਰਹੇ ਰੰਗ ਗਿਆਨੀ, ਰੋਗ ਸੋਗ ਦੁਖ ਜਰਾ ਮਰਾ, ਹਰ ਜਨੈ ਨਹੀਂ ਨਿਕਟਾਨੀ, ਨਿਰਭਉ ਹੋਏ ਰਹੇ ਨਿਭੇ ਇੱਕ ਹੈ, ਨਾਨਕ ਹਰ ਮਨ ਮਾਨੀ। ਤੋ ਇਹਨਾਂ ਤਿੰਨਾਂ ਹੀ ਅੱਖਰਾਂ ਦੇ ਨਾਲ ਪਾਤਸ਼ਾਹ ਨੇ, ਕਬੀਰ ਜੀ ਨੇ ਸਾਨੂੰ ਮਾਰਗ ਦਰਸ਼ਨ ਕੀਤਾ ਹੈ। ਭਾਈ ਪਰਮਾਤਮਾ ਸਾਡੇ ਅੰਦਰ ਹੀ ਹੈ। ਅਸੀਂ ਬਾਹਰਲੇ ਪਦਾਰਥਾਂ ਵਿੱਚੋਂ ਸੁੱਖ ਲੱਭਦੇ ਫਿਰਦੇ ਹਾਂ, ਤੇ ਜੇ ਅਸੀਂ ਪਰਮਾਤਮਾ ਦੇ ਨਿਰਮਲ ਡਰ ਵਿੱਚ ਆ ਜਾਈਏ, ਫਿਰ ਸਾਨੂੰ ਸੰਸਾਰ ਦਾ ਕੋਈ ਡਰ ਭੈ ਭੀਤ ਨਹੀਂ ਕਰ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।